ਨਾਓ ਨੈਕਸਟ ਇਜ਼ ਗਰੋਇੰਗ ਪਲਾਂਟ ਫਰੋਮ ਰੂਟਸ। ਰੂਟਸ ਤੋਂ ਆਪਾਂ ਜਿਹੜੇ ਕਿਹੜੇ ਪੌਦੇ ਉਗਾਉਂਦੇ ਆ ਤੇ ਕਿਵੇਂ ਉਗਾਉਂਦੇ ਆ। ਫੂਡ ਇਜ਼ ਸਟੋਰਡ ਇਨ ਦ ਰੂਟਸ ਆਫ ਕੈਰਟ, ਰੈਡਿਸ਼, ਟਰਨਿਪ। ਇਹ ਜਿਹੜੇ ਪਲਾਂਟਸ ਹੈਗੇ ਆ ਇਹ ਜ਼ਿਆਦਾਤਰ ਜਿਹੜੇ ਸਰਦੀ ਵਾਲੇ ਪੌਦੇ ਹੈਗੇ ਆ, ਕੀ ਕਹਿ ਸਕਦੇ ਆ, ਸਬਜ਼ੀਆਂ ਆ। ਅਤੇ ਜਿਹੜਾ ਡਾਲੀਆ ਹੈਗਾ ਆ ਇਹ ਇੱਕ ਫਲਾਵਰਿੰਗ ਪਲਾਂਟ ਹੈਗਾ ਆ। ਇਹਦੀਆਂ ਜਿਹੜਾ ਜੜ੍ਹਾਂ ਹੁੰਦੀਆਂ ਆ ਇਹਨਾਂ ਦੇ ਵਿੱਚ ਉਹ ਸਾਰਾ ਆਪਣਾ ਫਰੂਟ ਜਿਹੜਾ ਆ ਜਮ੍ਹਾਂ ਕਰਦਾ ਰਹਿੰਦਾ ਆ। ਜਿਹੜੀਆਂ ਕੈਰਟ, ਰੈਡਿਸ਼, ਇੱਦਾਂ ਦੀਆਂ ਵੈਜੀਟੇਬਲ ਜਿਹੜੀਆਂ ਹੈਗੀਆਂ ਉਹ ਆਪਾਂ ਖਾਂਦੇ ਹਾਂ, ਉਹ ਵੀ ਆਪਣਾ ਪੌਦੇ ਜਿਹੜੇ ਫਰੂਟ ਆਪਣੀਆਂ ਜੜ੍ਹਾਂ ਦੇ ਵਿੱਚ ਜਿਹੜਾ ਫੂਡ ਹੈਗਾ ਆ ਉਹ ਜਮ੍ਹਾਂ ਕਰਦੇ ਆ। ਅਤੇ ਆਪਾਂ ਕੀ ਕਰਦੇ ਹਾਂ ਕਿ ਉਹ ਜਿਹੜਾ ਸਟੋਰਡ ਫੂਡ ਹੈਗਾ ਉਹਨੂੰ ਆਪਾਂ ਖਾ ਲੈਂਦੇ ਹਾਂ, ਕਿਉਂਕਿ ਆਪਾਂ ਨੂੰ ਵੀ ਜ਼ਰੂਰਤ ਹੁੰਦੀ ਹੈ। ਅਤੇ ਇਹ ਜਿਹੜੀਆਂ ਜੜ੍ਹਾਂ ਹੈਗੀਆਂ ਆ ਇਹਨਾਂ ਨੂੰ ਕੱਟ ਕੇ ਆਪਾਂ ਦੂਸਰੀ ਜਗ੍ਹਾ 'ਤੇ ਲਗਾਈਏ ਅਤੇ ਇੱਥੋਂ ਇੱਕ ਨਵਾਂ ਜਿਹੜਾ ਪੌਦਾ ਉਹ ਉੱਗ ਸਕਦਾ। ਠੀਕ ਹੈ। ਹਾਂਜੀ, ਨੈਕਸਟ ਇਜ਼ ਗਰੋਇੰਗ ਪਲਾਂਟ ਫਰੋਮ ਸਟੈਮਸ। ਸਟੈਮਸ ਮਤਲਬ ਤਣੇ। ਤਣੇ ਕਿਹੜੇ ਆ ਜਿਨ੍ਹਾਂ ਤੋਂ ਆਪਾਂ ਨਵਾਂ ਪੌਦਾ ਜਿਹੜਾ ਉਗਾਉਂਦੇ ਆ। ਸ਼ੂਗਰ ਕੇਨ ਤੁਹਾਨੂੰ ਪਤਾ ਹੋਣਾ ਆ। ਸ਼ੂਗਰ ਕੇਨ ਦੇ ਜਿਹੜੀਆਂ ਇਸ ਤਰ੍ਹਾਂ ਕਰਕੇ ਇੱਦਾਂ ਕਰਕੇ ਉਹਦੀਆਂ ਡੰਡੀਆਂ ਜਿਹੀਆਂ ਬਣੀਆਂ ਹੁੰਦੀਆਂ, ਉਹ ਪੋਰੀਆਂ ਕਹਿੰਦੇ ਆਪਾਂ ਉਹਨਾਂ ਨੂੰ। ਕੱਟ ਕੇ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਲਗਾਇਆ ਜਾਂਦਾ ਖੇਤਾਂ ਦੇ ਵਿੱਚ। ਜਦੋਂ ਉਹਨਾਂ ਨੂੰ ਕੱਟ ਕੇ ਇੱਦਾਂ ਕਰਕੇ ਲਗਾਉਂਦੇ ਆ ਅਤੇ ਉਹਨਾਂ ਦੇ ਜਿਹੜੇ ਤਣੇ ਹੁੰਦੇ ਆ, ਇੱਥੇ ਬਰਡਸ ਹੁੰਦੀਆਂ, ਉਹਨਾਂ ਤੋਂ ਇੱਕ ਨਵਾਂ ਸ਼ੂਗਰ ਕੇਨ ਦਾ ਜਿਹੜਾ ਪੌਦਾ ਉਹ ਉੱਗ ਪੈਂਦਾ। ਇਸੇ ਤਰ੍ਹਾਂ ਪੋਟੈਟੋ ਅਤੇ ਜਿੰਜਰ, ਇਹਨਾਂ ਦੀਆਂ ਵੀ ਤੁਸੀਂ ਇਹਨਾਂ ਨੂੰ ਥੋੜ੍ਹਾ ਚਿਰ ਰੱਖ ਛੱਡੋ ਅਤੇ ਇੱਦਾਂ ਕਰਕੇ ਇਹਨਾਂ ਦੀਆਂ ਅੱਖਾਂ ਜਿਹੀਆਂ ਨਿਕਲ ਆਉਂਦੀਆਂ। ਇਹਨਾਂ ਨੂੰ ਆਪਾਂ ਆਈ ਬੋਲਦੇ ਹਾਂ ਇੰਗਲਿਸ਼ ਵਿੱਚ, ਪੰਜਾਬੀ 'ਚ ਆਪਾਂ ਇਹਨਾਂ ਨੂੰ ਅੱਖਾਂ ਕਹਿੰਦੇ ਹਾਂ। ਇਹਨਾਂ ਦੇ ਤੁਸੀਂ ਆਮ ਹੀ ਦੇਖਿਆ ਹੋਣਾ, ਆਲੂ ਨੂੰ ਤਾਂ ਬੁੰਗਰਦਿਆਂ ਦੇਖਿਆ ਹੀ ਹੋਣਾ। ਇਹਦੇ ਵਿੱਚੋਂ ਇੱਦਾਂ ਕਰਕੇ ਅੱਖਾਂ ਜਿਹੀਆਂ ਨਿਕਲ ਆਉਂਦੀਆਂ ਯੈਲੋ ਕਲਰ ਦੀਆਂ। ਫਿਰ ਇਹਨਾਂ ਨੂੰ ਆਪਾਂ ਅਗਰ ਮਿੱਟੀ ਵਿੱਚ ਲਗਾ ਦਈਏ, ਕੱਟ ਕੇ ਇਹਦੇ ਪੀਸ ਕਰਕੇ ਆਪਾਂ ਮਿੱਟੀ ਵਿੱਚ ਲਗਾ ਦਈਏ ਤਾਂ ਇਹ ਤੋਂ ਇੱਕ ਨਵਾਂ ਪੌਦਾ ਜਿਹੜਾ ਉਹ ਤਿਆਰ ਹੋ ਸਕਦਾ। ਇਸੇ ਤਰ੍ਹਾਂ ਜਿੰਜਰ ਜਿਹੜਾ ਹੈਗਾ ਉਹਦੇ ਤੋਂ ਵੀ ਇੱਕ ਨਵਾਂ ਪੌਦਾ ਤਿਆਰ ਹੁੰਦਾ। ਹਾਂਜੀ, ਰੋਜ਼ ਬਾਰੇ ਵੀ ਤੁਹਾਨੂੰ ਪਤਾ ਹੋਣਾ। ਰੋਜ਼ ਦੇ ਸਟੈਮਸ ਜਿਹੜੇ ਆ ਉਹ ਲੱਗਦੇ ਆ। ਹਿਬਿਸਕਸ ਪਲਾਂਟ ਜਿਹੜਾ ਹੈਗਾ ਉਹਦੇ ਵੀ ਸਟੈਮਸ ਲੱਗਦੇ ਆ। ਮਨੀ ਪਲਾਂਟ ਆਮ ਹੀ ਲੋਕ ਲਗਾਉਂਦੇ ਹੈਗੇ ਆ, ਉਹਦੇ ਸਟੈਮਸ ਜਿਹੜੇ ਆ ਉਹ ਲੱਗਦੇ ਆ ਅਤੇ ਉੱਤੋਂ ਇੱਕ ਨਵਾਂ ਪੌਦਾ ਜਿਹੜਾ ਤਿਆਰ ਹੋ ਜਾਂਦਾ। ਅਤੇ ਅਗਲਾ ਆਪਾਂ ਨੂੰ ਐਗਜ਼ਾਮਪਲ ਦਿੱਤਾ ਹੈਗਾ ਕਿ ਲੀਵਸ ਦੇ ਕੋਲੋਂ ਕਿਵੇਂ ਜਿਹੜੇ ਪਲਾਂਟਸ ਉੱਗਦੇ। ਬ੍ਰਾਇਓਫੈਲਮ, ਜਿਹਨੂੰ ਆਪਾਂ ਪੱਥਰ ਚੱਟ ਕਹਿੰਦੇ ਹਾਂ। ਬ੍ਰਾਇਓਫੈਲਮ ਇੱਦਾਂ ਦਾ ਪਲਾਂਟ ਆ ਜਿਹਦੇ ਉੱਪਰ ਇੱਕ ਛੋਟੀ ਉਹਦੀ ਗਰੋਥ ਉਹਦੇ ਕਿਨਾਰਿਆਂ 'ਤੇ ਆਈ ਹੁੰਦੀ ਹੈ। ਇਹਦੇ ਛੋਟੇ ਪੌਦੇ ਜਿਹੜੇ ਉਹਦੇ ਇੱਥੇ ਨਿੱਕੇ ਨਿਕਲੇ ਹੁੰਦੇ ਆ। ਇਹਨਾਂ ਦੇ ਵਿੱਚੋਂ ਇੱਕ ਬਰੀਕ ਜਿਹੀ ਜਿਵੇਂ ਇਹ ਪੌਦਾ, ਇਹਦੇ ਨੀਚੋਂ ਇੱਕ ਬਰੀਕ ਜਿਹੀ ਜੜ ਜਿਹੜੀ ਉਹ ਨਿਕਲੂਗੀ। ਅਤੇ ਇਹ ਜਿਹੜੀ ਜੜ ਹੈਗੀ ਆ ਇਹਨਾਂ ਨੂੰ ਆਪਾਂ ਅਲੱਗ ਕਰਕੇ ਲਾਈਏ ਜਾਂ ਫਿਰ ਇਹਨਾਂ ਛੋਟੀ ਜਿਹੀ ਕਟਿੰਗ ਆਪਾਂ ਲਗਾ ਦਈਏ ਅਤੇ ਇੱਥੋਂ ਇੱਕ ਜਿਵੇਂ ਆਪਾਂ ਪਨੀਰੀ ਬੋਲਦੇ ਹਾਂ, ਇੱਦਾਂ ਇੱਕ ਪਨੀਰੀ ਜਿਹੀ ਪੱਥਰ ਚੜ੍ਹਦੇ ਜਿਹੜਾ ਪੌਦਾ ਹੈਗਾ ਆ ਉਹਦੀ ਉੱਗ ਪਏਗੀ। ਨੈਕਸਟ ਇਜ਼ ਐਗਰੀਕਲਚਰ। ਐਗਰੀਕਲਚਰ ਮਤਲਬ ਖੇਤੀਬਾੜੀ। ਇਹਨਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਖੇਤੀਬਾੜੀ ਕੀ ਹੁੰਦੀ ਹੈ। ਪ੍ਰੈਕਟਿਸ ਆਫ ਗਰੋਇੰਗ ਪਲਾਂਟਸ ਔਨ ਏ ਲਾਰਜ ਸਕੇਲ ਫॉर ਫੂਡ ਔਰ ਅਦਰ ਪਰਪਸਿਸ ਇਜ਼ ਕਾਲਡ ਐਗਰੀਕਲਚਰ। ਮਤਲਬ ਕਿ ਨਵੇਂ ਪੌਦੇ ਉਗਾਉਣਾ। ਲਾਰਜ ਸਕੇਲ ਮਤਲਬ ਕਿ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਨਵੇਂ ਪੌਦੇ ਉਗਾਉਣਾ। ਫॉर ਫੂਡ ਔਰ ਅਦਰ ਪਰਪਸ। ਫੂਡ ਮਤਲਬ ਖਾਣੇ ਵਾਸਤੇ। ਸਾਨੂੰ ਜਿਹੜੀ ਕਣਕ ਹੈਗੀ ਆ ਜਾਂ ਝੋਨੇ ਦੀ ਫਸਲ ਹੈਗੀ ਆ, ਉਹ ਝੋਨੇ ਦੀ ਫਸਲ ਤੋਂ ਚੌਲ ਮਿਲਦੇ। ਕਣਕ ਤੋਂ ਸਾਨੂੰ ਜਿਹੜੀਆਂ ਹੈਗੀਆਂ ਆਪਾਂ ਰੋਟੀ ਪਕਾਉਣ ਵਾਸਤੇ ਆਟਾ ਮਿਲਦਾ ਹੈ। ਇਹ ਜਿਹੜੀ ਫਸਲ ਹੈਗੀਆਂ ਦੋਨੋਂ ਫਸਲਾਂ ਆਪਾਂ ਨੂੰ ਖਾਣੇ ਵਾਸਤੇ ਚਾਹੀਦੀਆਂ ਆ। ਜਿਵੇਂ ਮਕਈ ਆ ਉਹ ਵੀ ਖਾਣੇ ਵਾਸਤੇ ਚਾਹੀਦੀ ਆ, ਪਰ ਜਿਵੇਂ ਕਪਾਹ ਹੈਗੀ ਆ ਜਾਂ ਜੀਰੀ ਆ, ਇੱਦਾਂ ਦੀਆਂ ਫਸਲਾਂ, ਪਿਪਲਾਮੈਂਟ ਜਿਹੜੀਆਂ ਫਸਲਾਂ ਉੱਗਦੀਆਂ ਆ ਉਹ ਉਹਨਾਂ ਨੂੰ ਵਪਾਰਕ ਫਸਲਾਂ ਕਿਹਾ ਜਾਂਦਾ। ਆਪਾਂ ਵਪਾਰ ਵਾਸਤੇ ਵੀ ਉਗਾਉਂਦੇ ਹਾਂ ਫਸਲਾਂ। ਜਿਹੜੀ ਚਾਹ ਦੀ ਉਹ ਖੇਤੀ ਕੀਤੀ ਜਾਂਦੀ, ਉਹਨਾਂ ਨੂੰ ਵੀ ਵੇਚਿਆ ਜਾਂਦਾ ਤਾਂ ਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ, ਹੈ ਨਾ। ਪੈਸੇ ਕਮਾਉਣ ਵਾਸਤੇ ਐਗਰੀਕਲਚਰ ਹੁੰਦਾ ਆ। ਨੈਕਸਟ, ਪਲਾਂਟਸ ਦੈਟ ਆਰ ਗਰੋਨ ਔਨ ਲਾਰਜ ਕੁਆਂਟੀਟੀਜ਼ ਇਨ ਏ ਪਰਟੀਕੂਲਰ ਏਰੀਆ ਔਰ ਰੀਜਨ ਡਿਊਰਿੰਗ ਏ ਪਰਟੀਕੂਲਰ ਸੀਜ਼ਨ ਇਜ਼ ਕਾਲਡ ਕ੍ਰੌਪਸ। ਪਰਟੀਕੂਲਰ ਮਤਲਬ ਕਿ ਸਪੈਸੀਫਿਕ, ਕੁਝ ਖਾਸ, ਕਿਸੇ ਖਾਸ ਸੀਜ਼ਨ ਵਿੱਚ, ਕਿਸੇ ਖਾਸ ਏਰੀਆ ਮਤਲਬ ਖੇਤਰ, ਜਗ੍ਹਾ, ਰੀਜ਼ਨ ਜਗ੍ਹਾ। ਠੀਕ ਹੈ ਜੀ। ਹਾਂਜੀ, ਪਲਾਂਟਸ ਦੈਟ ਆਰ ਗਰੋਨ ਇਨ ਲਾਰਜ ਕੁਆਂਟੀਟੀ, ਬਹੁਤ ਵੱਡੇ ਪੱਧਰ 'ਤੇ, ਕੁਆਂਟਿਟੀ ਬਹੁਤ ਵੱਡੀ ਪੱਧਰ 'ਤੇ, ਠੀਕ ਆ, ਮਾਤਰਾ ਵਿੱਚ। ਉਹ ਪੌਦੇ ਜੋ ਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਕਿਸੇ ਖਾਸ ਖੇਤਰ ਵਿੱਚ ਉਗਾਏ ਜਾਂਦੇ ਆ, ਕਿਸੇ ਖਾਸ ਸੀਜ਼ਨ ਮਤਲਬ ਮੌਸਮ ਦੇ ਵਿੱਚ। ਠੀਕ ਆ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕ੍ਰੌਪਸ। ਉਹਨਾਂ ਨੂੰ ਬੋਲਦੇ ਹਾਂ ਆਪਾਂ ਕ੍ਰੌਪਸ, ਫਸਲਾਂ। ਹਾਂਜੀ, ਕ੍ਰੌਪਸ ਜਿਹੜੀਆਂ ਹੈਗੀਆਂ ਆ ਇਹਨਾਂ ਨੂੰ ਵਾਟਰ ਅਤੇ ਨਿਊਟ੍ਰੀਐਂਟਸ ਜਿਹੜੇ ਆ ਆਮ ਪੌਦਿਆਂ ਵਾਂਗੂ ਹੀ ਸੋਇਲ ਤੋਂ ਜਿਹੜੇ ਮਿਲਦੇ ਆ। ਪਰ ਇਹਨਾਂ ਨੂੰ ਫਸਲਾਂ ਨੂੰ ਆਪਾਂ ਜਦੋਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਉਗਾਉਂਦੇ ਹਾਂ, ਫਸਲ ਜਿਹੜੀ ਆ ਜਿਵੇਂ ਆਹ ਦੇਖ ਸਕਦੇ ਹਾਂ ਆਪਾਂ, ਹੈ ਨਾ, ਇਹਦੇ ਵਿੱਚ ਬਹੁਤ ਜ਼ਿਆਦਾ ਪੌਦੇ ਹੁੰਦੇ ਆ, ਇੱਕ ਪੌਦਾ ਨਹੀਂ ਹੁੰਦਾ।
ਬਹੁਤ ਜ਼ਿਆਦਾ ਪੌਦੇ ਸੰਘਣੇ ਤਰੀਕੇ ਨਾਲ ਆਪਾਂ ਲਗਾਉਂਦੇ ਹਾਂ ਅਤੇ ਇਸ ਕਰਕੇ ਉਹਨੂੰ ਬਹੁਤ ਜ਼ਿਆਦਾ ਖੁਰਾਕ ਦੀ ਲੋੜ ਪੈਂਦੀ। ਇਸ ਕਰਕੇ ਜਿਹੜੇ ਹੈਗੇ ਆ ਕਿਸਾਨ ਜਿਹੜੇ ਹੈਗੇ ਆ ਫਾਰਮਰਸ ਕੀ ਕਰਦੇ ਆ, ਇਹਨਾਂ ਨੂੰ ਮਨਿਓਰ ਪਾਉਂਦੇ ਆ। ਮਨਿਓਰ ਮਤਲਬ ਕਿ ਖਾਦ ਜਿਹੜੀ ਹੈਗੀ ਆ, ਦੇਸੀ ਖਾਦ ਜਾਂ ਫਿਰ ਫਰਟੀਲਾਈਜ਼ਰਸ ਜਿਹੜੇ ਰਸਾਇਣ ਹੈਗੇ ਆ, ਤੁਸੀਂ ਦੇਖੇ ਹੋਣੇ ਆ ਆਮ ਹੀ ਜਿਹੜੀਆਂ ਖਾਦਾਂ ਜਿਹੜੀਆਂ ਪਾਈਆਂ ਜਾਂਦੀਆਂ, ਜਿਹੜੇ ਖੇਤੀ ਪਰਿਵਾਰ ਤੋਂ ਜਿਹੜੇ ਬੱਚੇ ਬਿਲੋਂਗ ਕਰਦੇ ਆ, ਆਮ ਹੀ ਘਰਾਂ ਵਿੱਚ ਦੇਖੀਆਂ ਹੋਣੀਆਂ ਖਾਦਾਂ। ਫਰਟੀਲਾਈਜ਼ਰਸ ਉਹ ਹੁੰਦੇ ਆ ਜਿਹੜੇ ਕਿ ਨੈਚੁਰਲ ਨਹੀਂ ਹੁੰਦੇ, ਜਿਹੜੇ ਕਿ ਇੰਡਸਟਰੀ ਵਿੱਚ ਤਿਆਰ ਕੀਤੇ ਜਾਂਦੇ ਆ। ਮੈਨਿਓਰਸ ਉਹ ਹੁੰਦੀਆਂ ਆ ਜਿਹੜੀਆਂ ਖਾਦਾਂ ਜਿਵੇਂ ਕਿ ਰੂੜੀ ਆ, ਠੀਕ ਆ, ਉਹ ਇੱਕ ਨੈਚੁਰਲ ਹੈਗੀ ਆ, ਕੁਦਰਤੀ ਹੈਗੀ ਆ, ਉਹ ਸਾਨੂੰ ਕੁਦਰਤੀ ਤੌਰ 'ਤੇ ਮਿਲਦੀ, ਉਹਨੂੰ ਮਨਿਓਰ ਕਿਹਾ ਜਾਂਦਾ ਹੈ। ਜਾਂ ਫਿਰ ਗੰਡੋਇਆਂ ਦੀ ਖਾਦ ਜਿਹੜੀ ਆ ਉਹਨੂੰ ਵੀ ਮਨਿਓਰ ਕਿਹਾ ਜਾਂਦਾ ਆ। ਇਹ ਦੋਨੋਂ ਜਿਹੜੇ ਪਾਏ ਜਾਂਦੇ ਆ ਤਾਂ ਕਿ ਜਿਹੜੀ ਵੱਧ ਤੋਂ ਵੱਧ ਪੈਦਾਵਾਰ ਹੋ ਸਕੇ, ਠੀਕ ਹੈ ਜੀ। ਇਹਦੇ ਨਾਲ ਕੀ ਹੁੰਦਾ ਕਿ ਫਰਟੀਲਿਟੀ ਵੱਧਦੀ ਹੈ, ਹਿਊਮਸ ਕੰਟੈਂਟ ਵੱਧਦਾ। ਹਿਊਮਸ ਜਿਹੜੀ ਗਲੀ ਸੜੇ ਜਿਹੜੇ ਵਿੱਚ ਪਦਾਰਥ ਹੈਗੇ ਆ ਉਹ ਮਿੱਟੀ ਦੇ ਵਿੱਚ ਵੱਧਦੇ ਆ ਅਤੇ ਇਹਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ, ਫਰਟੀਲਿਟੀ ਮਤਲਬ ਉਪਜਾਊ ਸ਼ਕਤੀ ਵੱਧਦੀ ਹੈ। ਅਤੇ ਦੇ ਮੇ ਕੰਟੇਨ ਸਮਾਲ ਕੁਆਂਟੀਟੀਜ਼ ਆਫ ਨਿਊਟ੍ਰੀਐਂਟਸ। ਹਾਂਜੀ, ਜਿਹੜੇ ਫਰਟੀਲਾਈਜ਼ਰਸ ਹੈਗੇ ਆ ਉਹ ਕਹਿੰਦੇ ਆ ਕਿ ਬਹੁਤ ਘੱਟ ਨਿਊਟ੍ਰੀਐਂਟ ਉਹਦੇ ਵਿੱਚ ਪ੍ਰੋਵਾਈਡ 1 ਔਰ ਮੋਰ ਨਿਊਟ੍ਰੀਐਂਟ, ਇੱਕ ਜਾਂ ਇੱਕ ਤੋਂ ਵੱਧ ਹੀ ਹੋਣਗੇ। ਜ਼ਿੰਕ, ਸਲਫੇਟ ਇੱਦਾਂ ਦੇ ਕਰਕੇ ਇੱਕ ਜਾਂ ਇੱਕ ਤੋਂ ਵੱਧ 2 ਹੋ ਸਕਦੇ ਆ ਨਿਊਟ੍ਰੀਐਂਟਸ। ਪਰ ਜਿਹੜੀਆਂ ਮਨਿਓਰਸ ਹੁੰਦੀਆਂ ਉਹਨਾਂ ਵਿੱਚ ਬਹੁਤ ਜ਼ਿਆਦਾ ਜਿਹੜੇ ਨਿਊਟ੍ਰੀਐਂਟਸ ਹੁੰਦੇ ਆ, ਹਰ ਤਰ੍ਹਾਂ ਦੇ ਨਿਊਟ੍ਰੀਐਂਟਸ ਹੁੰਦੇ ਆ। ਇਸ ਕਰਕੇ ਮਨਿਓਰਸ ਜਿਹੜੀਆਂ ਬਹੁਤ ਜ਼ਿਆਦਾ ਪਾਵਰਫੁੱਲ ਆ। ਫਰਟੀਲਾਈਜ਼ਰ ਜਿਹੜੇ ਇੰਨੇ ਇਫੈਕਟਿਵ ਨਹੀਂ ਹੈਗੇ, ਪਰ ਜ਼ਿਆਦਾਤਰ ਜਿਹੜੇ ਕਿਸਾਨ ਆ ਉਹਨਾਂ ਨੂੰ ਹੀ ਯੂਜ਼ ਕਰਦੇ ਆ। ਹਾਂਜੀ, ਕ੍ਰੌਪਸ ਨੀਡ ਪ੍ਰੋਟੈਕਸ਼ਨ ਫਰੋਮ ਬਰਡਸ, ਇਨਸੈਕਟਸ, ਰੈਟਸ, ਪੈਸਟ ਮਤਲਬ ਜਿਹੜੇ ਕੀੜੇ ਮਕੌੜੇ ਜਾਂ ਫਿਰ ਹੋਰ ਜਿਹੜੇ ਜਾਨਵਰ ਹੈਗੇ ਜਿਹੜੇ ਜੜ੍ਹਾਂ ਨੂੰ, ਬੀਜਾਂ ਨੂੰ ਖਾਂਦੇ ਆ, ਉਹਨਾਂ ਨੂੰ ਕਹਿ ਸਕਦੇ ਹਾਂ ਆਪਾਂ। ਹਾਂਜੀ, ਇਹਨਾਂ ਵਾਸਤੇ ਜਿਹੜੇ ਹੈਗੇ ਆ ਪੈਸਟੀਸਾਈਡਸ ਜਾਂ ਫਿਰ ਇਨਸੈਕਟੀਸਾਈਡਸ ਜਿਹੜੀਆਂ ਉਹ ਸਪਰੇਅ ਕੀਤੀ ਜਾਂਦੀਆਂ, ਕੀਟਨਾਸ਼ਕ ਦਵਾਈਆਂ, ਠੀਕ ਆ, ਉਹਨਾਂ ਦਾ ਤੁਹਾਨੂੰ ਪਤਾ ਹੋਣਾ। ਕੀਟਨਾਸ਼ਕ ਦਵਾਈਆਂ ਜਿਹੜੀਆਂ ਸਪਰੇਅ ਕੀਤੀਆਂ ਜਾਂਦੀਆਂ ਤਾਂ ਕਿ ਜਿਹੜੀ ਫਸਲ ਹੈਗੀ ਆ ਉਹ ਪ੍ਰੋਪਰ ਝਾੜ ਦੇ ਸਕੇ। ਆਫਟਰ ਹਾਰਵੈਸਟਿੰਗ ਮਤਲਬ ਕਿ ਵੱਢਣ ਤੋਂ ਬਾਅਦ, ਵੱਢਣ ਤੋਂ ਪਹਿਲਾਂ ਵੀ ਸਾਨੂੰ ਸਪਰੇਅ ਕਰਨੀ ਪੈਂਦੀ ਹੈ ਅਤੇ ਵੱਢਣ ਤੋਂ ਬਾਅਦ ਵੀ ਜਿਹੜੇ ਹੈਗੇ ਆ ਉਹ ਸਾਨੂੰ ਉਹਨਾਂ ਨੂੰ ਰੈਟਸ ਤੋਂ ਅਤੇ ਇਨਸੈਕਟਸ ਤੋਂ, ਜਿਵੇਂ ਕਿ ਸਿਉਂਕ ਹੈਗੀ ਆ, ਸਿਉਂਕ ਨਹੀਂ, ਠੀਕ ਹੈ, ਸੁਸਰੀ ਜਿਵੇਂ ਹੈਗੀ ਆ, ਉਹ ਜਿਹੜੀ ਉਹ ਤੋਂ ਬਚਾਅ ਵਾਸਤੇ ਸਾਨੂੰ ਹਾਰਵੈਸਟ ਹੋਈ ਫਸਲ, ਪੱਕੀ ਹੋਈ ਕੱਟੀ ਹੋਈ ਜਿਹੜੀ ਫਸਲ ਆ ਉਹਨੂੰ ਆਪਾਂ ਜਿਵੇਂ ਕਣਕ ਸਾਂਭਦੇ ਉਹਨੂੰ ਆਪਾਂ ਦਵਾਈ ਲਗਾ ਕੇ ਸਾਂਭਦੇ ਹਾਂ, ਠੀਕ ਆ ਜੀ। ਉਹ ਇਨਸੈਕਟੀਸਾਈਡਸ ਹੁੰਦੀਆਂ ਜਿਹੜੀਆਂ ਆਪਾਂ ਵਿੱਚ ਗੋਲੀਆਂ ਵਿੱਚ ਪਾਉਂਦੇ ਹਾਂ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਸਰੀ ਜਾਂ ਫਿਰ ਕੋਈ ਹੋਰ ਜਿਹੜੀ ਬਿਮਾਰੀ ਆ ਉਹ ਨਾ ਲੱਗੇ ਅਤੇ ਜਿਹੜੀ ਫਸਲ ਆ ਉਹ ਪੂਰੀ ਤਰ੍ਹਾਂ ਸਿਕਿਉਰ ਰਹੇ ਅਤੇ ਅਸੀਂ ਉਹਨੂੰ ਖਾਣ ਯੋਗ ਰੱਖ ਸਕੀਏ ਕਾਫੀ ਦੇਰ ਤੱਕ। ਫਾਰਮਰ ਆਲਸੋ ਯੂਜ਼ ਸਕੇਅਰ-ਕ੍ਰੋਜ਼ ਮਤਲਬ ਕਿ ਜਿਹੜੇ ਉਹ ਹੁੰਦੇ ਆ ਪੁਤਲੇ ਜਿਹੇ ਲਗਾਏ ਹੁੰਦੇ ਆ ਉਹਨਾਂ ਨੇ ਖੇਤਾਂ ਵਿੱਚ, ਉਹ ਵੀ ਯੂਜ਼ ਕਰਦੇ ਆ। ਖੇਤੀ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਆ ਉਹਨੂੰ ਵਾਹਿਆ ਜਾਂਦਾ ਆ, ਫਿਰ ਉਹਦੇ ਵਿੱਚ ਖਾਦਾਂ ਜਿਹੜੀਆਂ ਹੈਗੀਆਂ ਆ ਜਾਂ ਫਿਰ ਮਨਿਓਰਸ ਹੈਗੀਆਂ ਆ ਉਹਨਾਂ ਨੂੰ ਛਿੜਕਿਆ ਜਾਂਦਾ। ਉਸ ਤੋਂ ਬਾਅਦ ਸੀਡਸ ਜਿਹੜੇ ਹੈਗੇ ਆ ਉਹ ਗਰੋ ਕੀਤੇ ਜਾਂਦੇ, ਵਿੱਚ ਪਾਏ ਜਾਂਦੇ ਆ, ਸੋ ਕੀਤੇ ਜਾਂਦੇ, ਮਤਲਬ ਕਿ ਬੀਜੇ ਜਾਂਦੇ ਆ। ਦੈਨ ਫਸਲ ਨੂੰ ਪਾਣੀ ਦਿੱਤਾ ਜਾਂਦਾ ਆ ਥਰੂ ਜਿਹੜੀ ਹੈਗੀ ਆ ਇਰੀਗੇਸ਼ਨ ਮੈਥਡ, ਕੋਈ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ। SST 'ਚ ਪੜ੍ਹਦੇ ਹੋ ਤੁਸੀਂ। ਫਿਰ ਜਿਹੜੀ ਫਸਲ ਜਦੋਂ ਝਾੜ ਦੇਣ ਲੱਗ ਜਾਂਦੀ ਹੈ ਜਾਂ ਝਾੜ ਦੇਣ ਤੋਂ ਪਹਿਲਾਂ ਵੀ ਆਪਾਂ ਉਹਦੇ 'ਤੇ ਸਪਰੇਅ ਕਰਦੇ ਹਾਂ। ਜਦੋਂ ਫਸਲ ਪੱਕਦੀ ਆ ਉਦੋਂ ਵੀ ਆਪਾਂ ਸਪਰੇਅ ਕਰਦੇ ਹਾਂ ਤਾਂ ਕਿ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਡੀ ਜਾਂ ਫਿਰ ਕੀੜੀ ਕੋਈ ਵੀ ਨਾ ਪਵੇ। ਦੈਨ ਉਹ ਹਾਰਵੈਸਟ ਕੀਤਾ ਜਾਂਦਾ ਆ ਬਾਈ ਹੈਂਡ ਜਾਂ ਫਿਰ ਕੰਬਾਈਨਸ ਦੇ ਨਾਲ, ਠੀਕ ਹੈ। ਦੈਨ ਜਿਹੜੇ ਹੀਲੀ ਏਰੀਆਜ਼ ਹੁੰਦੇ, ਹੁਣ ਉਹਦੇ ਬਾਰੇ ਪੜ੍ਹਦੇ ਹਾਂ। ਜਿਹੜੇ ਹੀਲੀ ਏਰੀਆਜ਼ ਆ ਉਹਦੇ ਵਿੱਚ ਇਹ ਵਾਲੇ ਸਟੈਪ ਫਾਰਮਿੰਗ ਜਿਹੜੀ ਯੂਜ਼ ਕੀਤੀ ਜਾਂਦੀ, ਸਟੈਪਸ ਤੁਸੀਂ ਦੇਖੇ ਹੋਣੇ ਆ ਹੀਲੀ ਏਰੀਆਜ਼ ਦੇ ਵਿੱਚ ਬਣੇ ਹੁੰਦੇ ਆ, ਜਿਵੇਂ ਹਿਮਾਚਲ ਆ, ਦਾਰਜਲਿੰਗ ਆ, ਤਮਿਲਨਾਡੂ ਆ, ਇਹ ਵਾਲੀਆਂ ਸਾਈਡਾਂ 'ਤੇ ਲੋਕ ਜਿਹੜੇ ਸਟੈਪਸ ਦੇ ਵਿੱਚ ਫਾਰਮਿੰਗ ਕਰਦੇ ਆ। ਹਾਂਜੀ, ਇਹਨੂੰ ਆਪਾਂ ਕਿੱਦਾਂ ਕਹਾਂਗੇ, ਇੱਥੇ ਕਿੱਦਾਂ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਆ। ਇੱਥੇ ਕੀ ਹੈ ਜੀ, ਜੇ ਆਪਾਂ ਮੰਨ ਲਓ ਬਾਰਿਸ਼ ਹੁੰਦੀ ਹੈ ਇੱਥੇ ਅਤੇ ਮੰਨ ਲਓ ਕਿ ਆਪਾਂ ਇੱਦਾਂ ਕਰਕੇ ਸਲੈਂਟਲੀ ਹੈਗਾ, ਇਹ ਬਿਲਕੁਲ ਟੇਢੀ ਹੈਗੀ ਆ ਇਹ ਪਹਾੜੀ, ਅਤੇ ਇਹਦੇ ਉੱਪਰ ਆਪਾਂ ਕੋਈ ਸਟੈਪ ਨਹੀਂ ਬਣਾਇਆ ਹੋਇਆ, ਸਿੱਧੀ ਆਪਾਂ ਫਸਲ ਇੱਥੇ ਉਗਾ ਦਿੰਦੇ ਹਾਂ। ਇੱਦਾਂ ਕਰਕੇ ਇੱਥੇ ਜਿਹੜੇ ਪੌਦੇ ਹੈਗੇ ਆ ਉਹ ਉੱਗੇ ਹੋਏ ਆ।
ਜੇ ਆਪਾਂ ਇੱਦਾਂ ਹੀ ਇਹਦੇ ਉੱਪਰ ਫਸਲ ਉਗਾ ਦਿੰਦੇ ਹਾਂ ਤੇ ਜਦੋਂ ਬਾਰਿਸ਼ ਆਏਗੀ ਇੱਥੇ ਜਿਹੜੇ ਪੌਦੇ ਹੈਗੇ ਆ, ਮੰਨ ਲਓ ਕਿ ਉਹਨਾਂ ਨੂੰ ਆਪਾਂ ਸੇਮ ਫਰਟੀਲਾਈਜ਼ਰ ਮੈਨਿਓਰ ਸਭ ਕੁਝ ਉਹਨਾਂ ਨੂੰ ਦਿੱਤਾ ਇੱਥੋਂ ਤੱਕ ਵਾਲਿਆਂ ਤੱਕ, ਪਰ ਜਦੋਂ ਬਾਰਿਸ਼ ਆਏਗੀ ਉੱਥੋਂ ਸਾਰਾ ਰੁੜ ਕੇ ਨੀਚੇ ਵਾਲੇ ਪੌਦਿਆਂ ਤੇ ਆ ਜਾਏਗਾ। ਠੀਕ ਹੈ, ਉਹ ਵਾਲੇ ਪੌਦਿਆਂ ਨੂੰ ਤਾਂ ਖੁਰਾਕ ਮਿਲੇਗੀ, ਪਰ ਜਿਹੜੇ ਉੱਪਰ ਵਾਲੇ ਹੈਗੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲੇਗਾ। ਜਦੋਂ ਆਪਾਂ ਪੌੜੀਦਾਰ ਖੇਤ ਬਣਾ ਦਿੰਦੇ ਹਾਂ ਤਾਂ ਕੀ ਆ ਕਿ ਪਾਣੀ ਜਿਹੜੀ ਆ ਉਹਦੀ ਬਾਰਿਸ਼ ਜਿਹੜੀ ਹੈਗੀ ਉਹਦੀ ਸਪੀਡ ਜਿਹੜੀ ਉਹ ਸਲੋ ਹੋ ਜਾਂਦੀ ਹੈ ਪਾਣੀ ਦੀ ਫਲੋ ਕਰਨ ਦੀ, ਅਤੇ ਦੈਨ ਆਪਾਂ ਕਿਤੇ ਵੀ ਜਿਹੜੇ ਹੈਗੇ ਆ ਉਹ ਫਸਲ ਜਿਹੜੀ ਉਹ ਆਰਾਮ ਨਾਲ ਉਗਾ ਸਕਦੇ ਹਾਂ। ਹਾਂਜੀ, ਅੱਗੇ ਹੈਗੀਆਂ ਫਸਲਾਂ ਦੀਆਂ ਟਾਈਪਸ ਦੋ ਤਰ੍ਹਾਂ ਦੀਆਂ ਆ, ਇੱਕ ਹੈਗੀਆਂ ਖਰੀਫ ਕ੍ਰੌਪਸ, ਇੱਕ ਹੈਗੀਆਂ ਰਬੀ ਕ੍ਰੌਪਸ। ਠੀਕ ਆ, ਜਿਹੜੇ ਕ੍ਰੌਪਸ ਗਰੋਨ ਫਰੋਮ ਜੂਨ ਟੂ ਅਕਤੂਬਰ ਆਰ ਨੋਨ ਐਜ਼ ਖਰੀਫ ਕ੍ਰੌਪਸ, ਜਿਹਨੂੰ ਆਪਾਂ ਸੋਣੀ ਕਹਿੰਦੇ ਆ ਸ਼ਾਇਦ। these crops depend largely on monsoon rain। ਸੋਣੀ ਮਤਲਬ ਆਈ ਥਿੰਕ ਮੌਨਸੂਨ ਰੇਨ, ਜਿਹੜੀਆਂ ਸਾਵਨ ਦੇ ਵਿੱਚ ਬਰਸਾਤਾਂ ਹੁੰਦੀਆਂ ਆ, ਜਿਵੇਂ ਮੌਨਸੂਨ ਦੀ ਬਾਰਿਸ਼ ਜਿਹੜੇ ਜਿਹਨੂੰ ਆਪਾਂ ਕਿਹਾ ਜਾਂਦਾ ਮੌਨਸੂਨ ਅਰਾਈਵ ਹੋ ਗਈ ਆ, ਮੌਨਸੂਨ ਆ ਗਈ ਆ, ਉਹ ਜਿਹੜੀ ਸਾਉਣ ਦੇ ਮਹੀਨੇ ਵਿੱਚ ਹੁੰਦੀ ਹੈ, ਇਸ ਕਰਕੇ ਇਹਦਾ ਨਾਂ ਪਿਆ ਹੋਇਆ ਖਰੀਫ ਕ੍ਰੌਪਸ। ਠੀਕ ਹੈ ਜੀ, ਸੌਣੀ ਕਹਿੰਦੇ ਨੇ ਆਪਾਂ ਉਹਨੂੰ। ਇਹ ਹੈਗੀ ਆ ਰਾਈਸ ਅਤੇ ਮੇਜ਼, ਇਹ ਇਹੋ ਜਿਹੀਆਂ ਫਸਲਾਂ ਹੋਰ ਵੀ ਹੋ ਸਕਦੀਆਂ ਅਤੇ ਉਹ ਜਿਹੜੀਆਂ ਹੈ ਇਸ ਮੌਸਮ ਦੇ ਵਿੱਚ ਉਗਾਈਆਂ ਜਾਂਦੀਆਂ। ਮੰਥ ਕਿਹੜਾ ਜੂਨ ਟੂ ਅਕਤੂਬਰ, ਅਕਤੂਬਰ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਉਹਨੂੰ ਆਪਾਂ ਕੱਟ ਲੈਂਦੇ ਹਾਂ। ਫਿਰ ਗਿਆ ਕ੍ਰੌਪਸ ਗਰੋਨ ਫਰੋਮ ਨਵੰਬਰ ਟੂ ਅਪ੍ਰੈਲ। ਅਪ੍ਰੈਲ ਦੇ ਵਿੱਚ ਇਹ ਜਿਹੜੀ ਫਸਲ ਆ ਰਬੀ ਕ੍ਰੌਪਸ ਜਿਹੜੀਆਂ ਕੱਟ ਲਈਆਂ ਜਾਂਦੀਆਂ ਇਹਨਾਂ ਨੂੰ ਹਾੜੀ ਬੋਲਿਆ ਜਾਂਦਾ, ਅਤੇ ਇਹ ਉਗਾਈਆਂ ਕਿਹੜੇ ਟਾਈਮ 'ਤੇ ਜਾਂਦੀਆਂ ਨਵੰਬਰ ਦੇ ਵਿੱਚ। ਨਵੰਬਰ ਟੂ ਦਸੰਬਰ ਇਹਨਾਂ ਦੀ ਜਿਹੜੀ ਆ ਸੋਇੰਗ ਹੁੰਦੀ ਆ, ਮਤਲਬ ਬੀਜ ਲਗਾਏ ਜਾਂਦੇ ਆ। ਦੈਨ ਅਪ੍ਰੈਲ ਤੋਂ ਮਈ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਜਾਂਦਾ ਹੈ ਫਸਲਾਂ ਨੂੰ। these crops do not depend upon monsoon rain। ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਸੂਨ ਬਾਰਿਸ਼ ਦੀ ਲੋੜ ਨਹੀਂ ਹੁੰਦੀ, ਬਹੁਤ ਘੱਟ ਪਾਣੀ ਦੇ ਨਾਲ ਹੀ ਇਹ ਫਸਲਾਂ ਜਿਹੜੀਆਂ ਤਿਆਰ ਹੋ ਜਾਂਦੀਆਂ, ਜਿਵੇਂ ਕਣਕ ਅਤੇ ਦਾਲਾਂ। ਠੀਕ ਹੈ ਜੀ, ਲੈਗਿਊਮਸ ਮਤਲਬ ਦਾਲਾਂ।